मतलब की सोच के आस पास आए कि कारोबार ही कर लिया अपना? कारोबार है कि एक तो पहले ही बलादी की साड़ी आई जट बलादी है। ठीक है। जट हो या गुजर है, साढ़ा पेशा ही हुई है। ठीक हो माल गया। वेचा रखना, डंगरा नाल जो है ना कारोबार करना। ठीक हो और असां जो है ना कोई गिलास असी नहीं कि जिन्हें खड्डियां ला ली मशीनां ला ली जी तो ਅਸੀਂ ਆਈ ਜੱਟ यानी तुसी अपना जो बाप दादा दे बाप ਜਿਹੜਾ दादा, ਨਸਲ ਦਾ ਨਸਲ ਆ ਰਿਹਾ ਖੂਨ नस्ल ਵਿੱਚ दा नस्ल, हाँ। ਤੁਸਾਂ ਕਿਹਾ ਕਿ ਮੈਨੂੰ ਇਹੀ ਕੰਮ ਕਰਨਾ ਚਾਹੀਦਾ हाँ, बिल्कुल। ਹੁਣ ਚਾਚੂ ਜੀ ਨਿਚੋੜ ਕਰਨਾ ਜੇ ਕਿ ਤੁਸਾਂ ਦੋ ਤਿੰਨ ਕੰਮ ਕੀਤੇ ਨੇ ਫੌਜ 'ਚ ਵੀ ਰਹੇ ਹੋ ਡਰਾਈਵਿੰਗ ਵੀ ਕੀਤੀ ਹੈ ਔਰ ਆਪਣਾ ਕਾਰੋਬਾਰ ਵੀ ਕੀਤਾ ਹੈ ਸਭ ਤੋਂ ਜ਼ਿਆਦਾ ਤੁਹਾਨੂੰ ਮਜ਼ਾ ਕਿਹੜੇ ਕੰਮ 'ਚ ਆਇਆ? ਇਹ ਸਾਹਮਣੇ ਬੱਜੀ ਹੈ 4 ਲੱਖ ਦੀ ਮੱਝ ਹੈ। ਠੀਕ ਹੋ ਗਿਆ ਯਾਨੀ ਇਹ ਵਾਲੀ ਜਿਹੜੀ ਨਜ਼ਰ ਆ ਰਹੀ ਹੈ ਇਹ ਕਿੰਨੇ ਦੀ ਹੈ? ਇਹ 4 ਦੀ 4 ਲੱਖ ਦੀ? ਜੀ। ਇਹ ਕਿੱਥੋਂ ਲਈ ਤੁਸਾਂ 4 ਲੱਖ? ਇਹ ਬਾਹਰ ਆਈ ਸੀ ਜੋ ਨਾ ਸ਼ੇਖੂਪੁਰ ਦੇ ਲੱਗ ਜਾਈਏ। ਸ਼ੇਖੂਪੁਰ ਦੇ ਇਲਾਕੇ 'ਚੋਂ ਹਾਂ, ਉੱਧਰੋਂ। ਆਪ ਹੀ ਜਾ ਕੇ ਲੈ ਕੇ ਆਏ ਹੋ ਜਾਂ ਕਿਸੇ ਕੋਲੇ? ਇੱਥੇ ਕਿਸੇ ਕੋਲ ਨਹੀਂ ਤੇ ਜਦੋਂ ਇਹ 4 ਲੱਖ ਦੀ ਲਈ ਹੈ ਕਿੰਨਾ ਦੁੱਧ ਦਿੰਦੀ? ਕਿੰਨੇ ਅਰਸੇ ਪਹਿਲੇ ਲਈ? ਇਹ ਆਪਾਂ ਤੀਸਰਾ ਚੌਥਾ ਸੂਆ ਸਾਡੇ ਕੋਲ ਹੋ ਗਿਆ। ਅੱਛਾ ਹਾਂ। ਯਾਨੀ ਕਿ ਅੱਜ ਤੋਂ 3-4 ਸਾਲ ਪਹਿਲੇ 4 ਲੱਖ ਦੀ? ਕਿਉਂਕਿ ਇਸ ਡੰਗਰ ਨਾਲ ਫਰਕ ਹੈ ਹੁਣ ਉਹ ਵੀ ਨਾਲ ਵੀ ਹੈ ਨਾ ਉਸ ਮੁਝੇ ਕਿੰਨੀਆਂ ਨੇ ਜੀ ਉਹਨਾਂ ਦਾ ਫਰਕ ਹੈ ਕਿੰਨਾ ਫਰਕ ਹੈ ਜੀ ਐਸਾ। ਨਾਜ਼ਰੀਨ ਇਹ ਚਾਚੂ ਜੀ ਦੱਸ ਰਹੇ ਨੇ ਕਿ ਇਹ ਮੱਝ ਇਹਨਾਂ ਨੇ 4 ਲੱਖ ਰੁਪਏ ਦੀ ਲਈ ਔਰ ਇਹਦੇ ਥੱਲੇ ਦੁੱਧ ਕਿੰਨਾ ਸੀ? ਦੁੱਧ ਇਹਦੇ ਥੱਲੇ 14-15 ਗੱਡੀਆਂ ਜਿਹੜਾ ਦੁੱਧ ਸੀ। ਠੀਕ ਹੈ ਔਰ ਦੁੱਧ ਦੀ ਲਾਮ ਕਿੰਨੀ ਸੀ? ਦੁੱਧ ਦੀ ਲਾਮ ਕਮ ਸੇ ਕਮ ਜੋ ਹੈ ਨਾ ਸਾਲ ਸਵਾ ਸਾਲ ਦਿੰਦੀ ਦੁੱਧ। ਮਾਸ਼ਾਅੱਲਾ ਸੇਮ ਦਿੰਦੀ ਰਹਿੰਦੀ ਉਹਨੇ। ਸੇਮ ਦਿੰਦੀ ਆ ਬਿਲਕੁਲ। अस्सलाम वालेकुम ਵਾਲੇਕੁਮ ਸਲਾਮ। ਚਾਚੂ ਜੀ ਕੀ ਹਾਲ ਹੈ ਤੁਹਾਡਾ? और खैर अल्लाह रहमत। ਸਭ ਤੋਂ ਪਹਿਲੇ ਆਪਣਾ ਨਾਮ ਦੱਸਿਓ। सब तो पहले मेरा नाम अब्दुल गनी है। ਅਬਦੁਲ ਗਨੀ जी। ਸਰ जट ਮੁਕੰਮਲ बुला ਤਾਰਫ ਕਰਵਾਇਓ ਜੀ। जट बलादरी मेरी ਜੀ समझिए ना इतों मैं रहने वाला हरियासी हाँ। ਠੀਕ ਹੈ ਪੱਕਾ ਪਿੰਡ ਪਿੰਡ ਕਿਹੜਾ ਜੇ? पिंड भोस। ਠੀਕ ਹੋ ਗਿਆ। ਤੇ ਉਸ ਤੋਂ ਬਾਅਦ ਜੋ ਹੈ ਨਾ जब मैं जवान हो पहले स्कूल गया स्कूल के बाद फिर मैं जो है ना आर्मी सर्विस की थी ਆਰਮੀ ਚ ਕਿੰਨੀ ਦੇਰ ਰਹੇ ਹੋ? 18 साल 18 ਸਾਲ। उसमें मैं सर्विस कर गया। ठीक है। 2083 च मैं जो है ना पेंशन उसको लैके आया। ਠੀਕ ਹੋ ਗਿਆ। उस तो बाद फिर जॉब मैं किया ड्राइविंग फैक्ट्री च ਅੱਛਾ की उमड़ लई फैक्ट्री है पक्के गड़े ਜੀ उसमें मैं रहा कोई 35 साल। 35 साल। हाँ। उस तो बाद फिर जो है ना मैं 2015 च उसको जो है रिटायरमेंट ली है ਠੀਕ ਹੈ उसको भी पेंशन दी जी। उस तो बाद फिर मैं क्या हूँ क्योंकि नज़र का भी कोई तकाजा हो गया कोई भी तकलीफ हो गई। ठीक तो है। मैं चलो छोड़ो हूँ अपने कारोबार करने ਸਹੀ उस ਹੈ तो बाद फिर मैं मझा बन लिया ਜੀ इस कारोबार च शुरू किया कम। ਠੀਕ ਹੋ ਗਿਆ अल्लाह दा मतलब जो है ना ठीक ठाक कम चल रहा पाया। ਮਾਸ਼ਾਅੱਲਾ। ਤੇ ਤੁਸੀਂ ਮਤਲਬ ਕੀ ਸੋਚ ਕੇ ਇਸ ਪਾਸੇ ਆਏ ਕਿ ਕਾਰੋਬਾਰ ਹੀ ਕਰ ਲਈਏ ਆਪਣਾ? ਕਾਰੋਬਾਰ ਹੈ ਕਿ ਇੱਕ ਤਾਂ ਪਹਿਲੇ ਹੀ ਬਲਾਦੀ ਕਿ ਸਾਡੀ ਆਈ ਜੱਟ ਬਲਾਦੀ ਹੈ। ਠੀਕ ਜੱਟ ਹੋਈ ਜਾਂ ਗੁਜਰ ਹੈ, ਸਾਡਾ ਪੇਸ਼ਾ ਹੀ ਇਹੋ ਹੀ ਹੈ। ਠੀਕ ਹੋ ਮਾਲ ਗਿਆ। ਵੇਚਾ ਰੱਖਣਾ, ਡੰਗਰਾਂ ਨਾਲ ਜੋ ਹੈ ਨਾ ਕਾਰੋਬਾਰ ਕਰਨਾ। ਠੀਕ ਹੋ ਹੋਰ ਅਸਾਂ ਜੋ ਹੈ ਨਾ ਕੋਈ ਗਰਾਹ ਅਸੀਂ ਨਹੀਂ ਕਿ ਜਿਹੜੇ ਖੱਡੀਆਂ ਲਾ ਲਈਏ ਮਸ਼ੀਨਾਂ ਲਾ ਲਈਏ ਜੀ ਤੇ ਅਸੀਂ ਆਈ ਜੱਟ ਹਾਂ। ਯਾਨੀ ਤੁਸੀਂ ਆਪਣਾ ਜਿਹੜਾ ਬਾਪ ਦਾਦਾ ਦੇ ਬਾਪ ਜਿਹੜਾ ਦਾਦਾ, ਨਸਲ ਦਾ ਨਸਲ ਆ ਰਿਹਾ ਖੂਨ ਨਸਲ ਵਿੱਚ ਦਾ ਨਸਲ, ਹਾਂ। ਤੁਸਾਂ ਕਿਹਾ ਕਿ ਮੈਨੂੰ ਇਹੀ ਕੰਮ ਕਰਨਾ ਚਾਹੀਦਾ ਹਾਂ, ਬਿਲਕੁਲ। ਹੁਣ ਚਾਚੂ ਜੀ ਨਿਚੋੜ ਕਰਨਾ ਜੇ ਕਿ ਤੁਸਾਂ ਦੋ ਤਿੰਨ ਕੰਮ ਕੀਤੇ ਨੇ ਫੌਜ 'ਚ ਵੀ ਰਹੇ ਹੋ ਡਰਾਈਵਿੰਗ ਵੀ ਕੀਤੀ ਹੈ ਔਰ ਆਪਣਾ ਕਾਰੋਬਾਰ ਵੀ ਕੀਤਾ ਹੈ ਸਭ ਤੋਂ ਜ਼ਿਆਦਾ ਤੁਹਾਨੂੰ ਮਜ਼ਾ ਕਿਹੜੇ ਕੰਮ 'ਚ ਆਇਆ? सब तो मज़ा है कि एक आर्मी सर्विस ही घूम जो है ना समझ लो कि एक जो है ना अच्छा जॉब है आर्मी सर्विस। ठीक हो सब गया। तो बेहतरीन है। ठीक इस है। तो थले ने सब जॉब जिन्हें आर्मी तो सब थले ने। ਸਹੀ ਹੋ ते ਗਿਆ बाकी है कि नौकरी जी एक ना है नौकरी है ना वो कहते हैं कि प्यो की नौकरी भैड़ी है ਜੀ समझ ना ਇਹਦਾ ਨਾਂ ਹੀ ਨੌਕਰੀ ਹੈ। ਜਿਹੜਾ ਨਾ ਹੀ ਨੌਕਰੀ ਹੈ। ਠੀਕ ਹੈ। ਇੱਕ ਜ਼ਿਮੀਂਦਾਰ ਕੇ ਪੈਸਾ ਪੇਸ਼ਾ ਹੈ ਜੀ। ਇਹਦੇ ਸਾਨੂੰ ਕੋਈ ਪੁੱਛ ਪ੍ਰਤੀ ਜਿਸ ਟਾਈਮ ਮਰਜ਼ੀ ਛੁੱਟੀਏ ਜਿਸ ਟਾਈਮ ਮਰਜ਼ੀ ਬਈਏ ਜੋ ਮਰਜ਼ੀ ਕਰੀਏ ਆਪਣੇ ਮਰਜ਼ੀ ਦੇ ਮੁਤਾਬਕ ਚੱਲਣਾ ਸਾ ਸਮਝਿਆ ਨਾ ਬਾਤ। ਕੋਈ ਸਾਨੂੰ ਕਿਸੇ ਕਹਿਣਾ ਨਹੀਂ ਕਿ ਉੱਠ ਤਾਂ ਫਟਾਫਟ ਕਰ ਤੇ ਜੋ ਸਰਵਿਸਾਂ ਕਰਨੀ ਆਰਮੀ ਕਰਨੀ ਜਾਂ ਦੂਸਰੀ ਸਰਵਿਸ ਜਿੱਥੇ ਨੌਕਰੀ ਕਰਨੀ ਹੈ ਉਹਨਾਂ ਨੇ ਉੱਥੇ ਟਾਈਮ ਦੀ ਪਾਬੰਦੀ ਲਾਣੀ ਹੂੰ ਭਾਈ ਜੀ ਇਹ ਕਿਉਂ ਲੇਟ ਹੋਏ ਸਹੀ ਹੈ ਅੱਜ ਕੀ ਗੱਲ ਕੀ ਤਕਲੀਫ ਹੈ ਹੂੰ। ਤੇ ਇੱਥੇ ਸਾਨੂੰ ਇਹ ਤਕਲੀਫ ਤੇ ਕੋਈ ਨਾ ਇਹ ਬਾਦਸ਼ਾਹੀ ਕੰਮ ਹੈ। ਕਿਉਂ ਇਹ ਬਾਸ਼ੇ ਕੰਮ ਹੈ ਠੀਕ ਹੈ ਇਹ ਸ਼ੁਰੂ ਤੋਂ ਸਾਡੇ ਬਾਪ ਦਾਦੇ ਦਾ ਇਹ ਕੰਮ ਸਹੀ ਹੋ ਗਿਆ ਤੇ 2015 ਸ਼ੁਰੂ ਕੀਤਾ ਤੁਸੀਂ? 2015 ਜਾ ਪਹਿਲੇ ਹੀ ਮੇਰੇ ਬੱਚੇ ਰੱਖੀਆਂ ਮੱਝਾਂ ਜੀ ਕਿਉਂਕਿ ਬੱਚਾ ਇਕੱਲਾ ਸੀ ਤੇ ਫਿਰ ਮੈਂ ਆਖਿਆ ਨਹੀਂ ਹੁਣ ਮੈਂ ਜੋ ਨਾਲ ਇਹ ਕਰਨਾ। ਉਦੋਂ 2015 ਵਿੱਚ ਕਿੰਨੀਆਂ ਤੁਹਾਡੇ ਕੋਲ ਮੱਝਾਂ ਸਨ ਤੇ ਹੁਣੇ ਕੀ ਵਿੱਚ ਕਿੰਨੀਆਂ ਨੇ? ਉਸ ਵੇਲੇ ਮੇਰੇ ਕੋਲ 2-3 ਮੱਝਾਂ ਮੈਂ ਘਰ ਰੱਖੀਆਂ ਸਨ ਜੀ ਗਾਂ ਵਿੱਚ ਨਾਲ ਇੱਕ ਠੀਕ ਹੈ 2 ਵਿੱਚ 3 ਮੱਝਾਂ ਅੱਛਾ ਹੁਣ ਮਾਸ਼ਾਅੱਲਾ ਜਾਂ 10 ਮੱਝਾਂ ਨੇ ਅੱਛਾ ਦੋ ਪੁੱਤਰ ਤੇ ਛੋਟੇ ਵੱਡੇ ਜਾ ਪਾ ਕੇ ਕਿੰਨੇ ਹੋ ਗਏ ਟੋਟਲ? ਉਹ ਅਸਲ ਤੋਂ 15 ਨੇ। ਯਾਨੀ ਕਿ 15 ਕੁ ਜਾਨਵਰ ਤੁਹਾਡੇ ਕੋਲ ਹੋ ਗਏ ਨੇ ਯਾਨੀ ਤੁਸੀਂ ਤਕਰੀਬਨ 6 ਸਾਲਾਂ 'ਚ ਕੋਈ 15 ਜਾਨਵਰ ਕਰ ਲਏ ਨੇ ਤੇ ਮਾਸ਼ਾਅੱਲਾ ਸਭ ਤੋਂ ਪਹਿਲਾਂ ਦੱਸੋ ਕਿ ਕਿੰਨਾ ਦੁੱਧ ਤੁਸੀਂ ਲੈ ਰਹੇ ਹੋ ਡੇਲੀ ਦਾ ਇਹਨਾਂ ਦਾ? ਇਹਨਾਂ ਦਾ ਦੁੱਧ ਜੋ ਹੈ ਨਾ ਕਿਉਂਕਿ ਮੱਝ ਜਿਹੜੀਆਂ ਸੱਜਰ ਹੁੰਦੀਆਂ ਨਾ ਜੀ ਉਹ 12 ਕਿਲੋ ਵੀ ਨੇ 14 ਕਿਲੋ ਵੀ ਨੇ ਜੀ ਫਰਕ ਹੋ ਗਏ ਨੇ ਠੀਕ ਹੈ ਤੇ ਖਾਣੀਆਂ ਮੱਝਾਂ ਜੋ 5-7 ਕਿਲੋ 10 ਕਿਲੋ ਇੱਥੇ ਆ ਜਾਂਦੀਆਂ ਨੇ ਅੱਛਾ ਤੇ ਜੇ ਅਸੀਂ ਤਾਜ਼ੀਆਂ ਲਈਏ ਮੱਝਾਂ ਤੇ ਉਹ ਤੁਹਾਨੂੰ ਪਤਾ ਕੀਮਤ ਇਸ ਵੇਲੇ ਬਹੁਤ ਜ਼ਿਆਦਾ ਮੱਝ ਦੀ ਹੈ। ਅੱਛਾ ਉਹਦੇ 'ਚ ਬਿਹਤਰ ਅਸੀਂ ਕਹਿੰਦੇ ਕਿ ਖਾਂਗੜੀ ਮੱਝ ਲੈ ਰਹੀਏ ਤੇ ਉਹ ਜਦ ਦੇ ਸੁਲ ਲੈਂਦੇ ਹਾਂ ਹੂੰ ਲੱਖ ਦੀ 1.25 ਲੱਖ ਦੀ ਲੈ ਕੇ ਅੱਛਾ। ਅਸੀਂ ਉਹਦੀ ਜੋ ਹੈ ਨਾ ਦੇਖਭਾਲ ਕਰਨੇ ਆ ਠੀਕ ਉਹ ਸਾਡੇ ਕੋਲ ਬਣ ਲੱਗ ਜਾਂਦੀਆਂ ਨੇ ਤੇ ਅੱਲਾ ਦੇ ਕਰਮ ਨਾਲ ਜੋ ਹੈ ਨਾ ਉਹ ਫਿਰ ਚੱਲਦਾ ਰਹਿੰਦਾ ਕਸਰ ਸਾਡਾ। ਯਾਨੀ ਤੁਸੀਂ ਇਹ ਮਸ਼ਵਰਾ ਦੇਣਾ ਚਾਹੁੰਦੇ ਹੋ ਕਿ ਅਗਰ ਕੋਈ ਬੰਦਾ ਇਹ ਕਾਰੋਬਾਰ ਕਰਨਾ ਚਾਹੁੰਦਾ ਹੈ ਕਿਉਂਕਿ ਤੁਸੀਂ ਤਾਂ ਕੀਤਾ ਔਰ ਅਜ਼ਮਾਇਆ ਔਰ ਅਸੀਂ ਅੱਗੇ ਜਾ ਕੇ ਤੁਹਾਨੂੰ ਵੀ ਪੁੱਛਾਂਗੇ ਇੱਕ ਇੱਕ ਕਰਕੇ ਕਿ ਇਸ ਕੰਮ 'ਚ ਤੁਸੀਂ ਕਿਹੜੀਆਂ ਮੁਸ਼ਕਲਾਂ ਦਾ ਸਾਹਮਣਾ ਕੀਤਾ ਕਿਹੜੀਆਂ ਕਾਮਯਾਬੀਆਂ ਸਮੇਟੀਆਂ ਔਰ ਕੀ ਤੁਸੀਂ ਲਰਨ ਕੀਤਾ ਵੀ ਤੁਹਾਡੇ ਕੋਲ ਪੁੱਛਾਂਗੇ। ਫਸਟ ਤੁਸੀਂ ਇਹ ਸੁਜੈਸਟ ਕਰ ਰਹੇ ਹੋ ਕਿ ਅਗਰ ਕੋਈ ਬੰਦਾ ਕਾਰੋਬਾਰ ਕਰਨਾ ਚਾਹੁੰਦਾ ਹੈ ਤੇ ਅੱਜ ਕੱਲ੍ਹ ਮਹਿੰਗਾਈ ਦਾ ਦੌਰ ਹੈ ਤੇ ਉਹ ਬਜਾਏ ਲਹਿਰੀਆਂ ਦੇ ਉਹ ਖਾਂਗੜੀਆਂ ਲੈ ਲੈ। ਠੀਕ ਹੋ ਗਿਆ। ਉਹ ਵੀ ਅੱਛੀ ਨਸਲ ਦੀਆਂ ਐ ਨਹੀਂ ਕਿਉਂਕਿ ਫਰਕ ਬੜਾ ਫਰਕ ਮੱਝਾਂ 'ਚ। ਅੱਛਾ ਤੁਸੀਂ ਇੱਕ ਮੱਝ ਦੱਸ ਰਹੇ ਹੋ ਕਿ ਤੁਸੀਂ ਲਈਏ ਕਿਹੜੀ ਜੇ ਵਹਾਇਓ? ਅੱਛਾ ਇਹ ਵਾਲੀ ਸਾਹਮਣੇ
ਇਹ ਮੱਝ ਤੁਹਾਡੀ ਕਿੰਨੇ ਦੀ ਆਈ ਹੈ? ਇਹ 160 ਦੀ ਆਈ ਹੈ, 160 ਦੀ ਖੰਗੜੀ ਹੈ। ਖੰਗੜੀ ਹੈ। ਉਸ ਤੋਂ ਬਾਅਦ ਉਹ ਦੂਜੀਆਂ ਨੇ ਕੋਈ 2 ਲੱਖ ਦੀ 2.5 ਲੱਖ ਦੀ, ਇਹ ਸਾਹਮਣੇ ਬੱਜੀ ਇਹ 4 ਲੱਖ ਦੀ ਮੱਝ ਹੈ। ਠੀਕ ਹੋ ਗਿਆ, ਯਾਨੀ ਇਹ ਵਾਲੀ ਜਿਹੜੀ ਨਜ਼ਰ ਆ ਰਹੀ ਹੈ ਇਹ ਕਿੰਨੇ ਦੀ ਹੈ? ਇਹ 4 ਦੀ 4 ਲੱਖ ਦੀ ਜੀ। ਇਹ ਕਿੱਥੋਂ ਲਈ ਤੁਸੀਂ 4 ਲੱਖ? ਇਹ ਬਾਹਰ ਆਈ ਸੀ ਜੋ ਹੈ ਨਾ ਸ਼ੇਖੂਪੁਰ ਦੇ ਲੱਗ ਜਾਈਏ। ਸ਼ੇਖੂਪੁਰ ਦੇ ਇਲਾਕੇ ਚੋਂ ਹਾਂ, ਉਦੋਂ। ਆਪ ਹੀ ਜਾ ਕੇ ਲੈ ਕੇ ਆਏ ਹੋ ਜਾਂ ਕਿਸੇ ਕੋਲੇ? ਇੱਥੇ ਕਿਸੇ ਕੋਲ ਲਿਆ। ਤੇ ਜਦੋਂ ਇਹ 4 ਲੱਖ ਦੀ ਲਈ ਹਰੇ ਕਿੰਨਾ ਦੁੱਧ ਦਿੰਦੀ ਸੀ? ਕਿੰਨੇ ਅਰਸੇ ਪਹਿਲੇ ਲਈ? ਇਹ ਤਾਂ ਤੀਸਰਾ ਚੌਥਾ ਸੂਆ ਸਾਡੇ ਕੋਲ ਹੋ ਗਿਆ। ਅੱਛਾ, ਹਾਂ, ਯਾਨੀ ਕਿ ਅੱਜ ਤੋਂ 3-4 ਸਾਲ ਪਹਿਲੇ 4 ਲੱਖ ਦੀ? ਕਿਉਂਕਿ ਇਸ ਡੰਗਰ ਨਾਲ ਫਰਕ ਹੈ ਨਾ, ਹੁਣ ਉਹ ਵੀ ਨਾਲ ਵੀ ਆ ਨਾ, ਮੁਝੇ ਕਿੰਨੀਆਂ ਨੇ ਜੀ, ਉਹਨਾਂ ਹੀ ਫਰਕ ਹੈ, ਕਿੰਨਾ ਫਰਕ ਹੈ ਜੀ। ਇਹ ਸਾਲ ਨਾਜ਼ਰੀਨ, ਇਹ ਚਾਚੋਰੀ ਦੱਸ ਰਹੇ ਨੇ ਕਿ ਇਹ ਮੱਝ ਇਹਨਾਂ ਨੇ 4 ਲੱਖ ਰੁਪਏ ਦੀ ਲਈ ਔਰ ਇਹਦੇ ਥੱਲੇ ਦੁੱਧ ਕਿੰਨਾ ਸੀ? ਦੁੱਧ ਇਹਦੇ ਥੱਲੇ 14-15 ਗੱਡੀਆਂ ਜਾਂਦਾ ਸੀ। ਠੀਕ ਹੈ, ਔਰ ਦੁੱਧ ਦੀ ਲਾਮ ਕਿੰਨੀ ਸੀ? ਦੁੱਧ ਦੀ ਲਾਮ ਕਮ ਸੇ ਕਮ ਜੋ ਹੈ ਨਾ ਸਾਲ ਸਵਾ ਸਾਲ ਦੇਣੀ ਦੁੱਧ। ਮਾਸ਼ਾਅੱਲਾ, ਸੇਮ ਦਿੰਦੀ ਰਹਿੰਦੀ ਉਹਨੇ। ਸੇਮ ਦਿਨ ਨਾਲ ਬਿਲਕੁਲ। ਠੀਕ ਹੈ, ਫਿਰ ਉਹਦਾ ਹੱਕ ਬਣਦਾ 4 ਲੱਖ ਦਾ। ਠੀਕ ਹੋ ਗਿਆ। ਤੇ ਤੁਸੀਂ ਨੰਬਰ 1 ਇਹ ਸੁਜੈਸਟ ਕਰਦੇ ਹੋ ਕਿ ਮੱਝਾਂ ਜਿਹੜੀਆਂ ਨੇ ਉਹ ਖਾਂਗੜੀਆਂ ਹੀ ਲਈਆਂ ਜਾਣ, ਉਹਨੂੰ ਅੱਗੋਂ ਫਿਰ ਤਿਆਰ ਕੀਤਾ ਜਾਏ। ਠੀਕ ਹੋ ਗਿਆ। ਅੱਛਾ ਜੀ, ਜੀ ਜੀ ਦੱਸੋ। ਇਹ ਮੱਝਾਂ ਹੁਣ ਅਸਲ ਵੇਖ ਸਭ ਹੀ ਅਸਲ, ਕੋਈ ਖਾਂਗੜੀਆਂ ਮੱਝਾਂ, ਕੋਈ ਸੂਣ ਵਾਲੀਆਂ ਨੇ, ਉਹ ਪਰਮਾਈ ਸੂਬੇ ਠੀਕ, ਉਹ ਪਰਾਂ ਉਹ ਐਂਡ ਵਾਲੀ ਜਿਹੜੀ ਉਹ ਸੂਣ ਵਾਲੀ ਤਿਆਰ ਹੈ। ਠੀਕ ਹੋ ਗਿਆ, ਸਹੀ ਹੋ ਗਿਆ, ਜ਼ਬਰਦਸਤ। ਅੱਛਾ ਜੀ, ਇਹ ਦੱਸੋ ਕਿ ਤੁਸੀਂ ਇਸ ਕਾਰੋਬਾਰ ਦੇ ਵਿੱਚ ਕਿਹੜੇ ਮਸਾਇਲ ਵੇਖੇ ਜਦੋਂ ਤੁਸੀਂ 2015 ਤੋਂ ਸ਼ੁਰੂ ਕੀਤਾ? ਉਸ ਵਕਤ ਇਹ ਸੀ ਕਿ ਉਸ ਵੇਲੇ ਇਧਰ ਮਹਿੰਗਾਈ ਨਹੀਂ ਸੀ। ਅੱਛਾ, ਉਸ ਵੇਲੇ ਬੜਾ ਕਾਰੋਬਾਰ ਆਸਾਨ ਸੀ। ਹੁਣ ਅੱਜ ਕੱਲ੍ਹ ਵੰਡਾ ਹੀ ਹੱਥ ਨਹੀਂ ਲਾਉਣ ਦਾ, ਕਿਉਂਕਿ ਖਾਸ ਕਰ ਇਮਰਾਨ ਖਾਨ ਦੀ ਜਿਹੜੀ ਹੁਕੂਮਤ ਆਈ ਹੈ, ਜੀ, ਇਹਨੇ ਤਾਂ ਬੇੜਾ ਗਰ ਕਰ ਛੜਿਆ ਨਾ। ਕੋਈ ਚੀਜ਼ ਲੱਭਦੀ ਕੋਈ ਨਹੀਂ, ਸਮਝਿਆ ਨਾ, ਵੰਡਾ ਲੱਭਦਾ ਨਾ, ਪੱਠੇ ਹੱਥ ਲਾਉਂਦੇ ਨਾ, ਹਰ ਚੀਜ਼ ਦੀ ਮਹਿੰਗਾਈ ਹੈ। ਅੱਛਾ, ਤੇ ਬੜੀ ਮੁਸ਼ਕਲ ਨਾਲ ਜੋ ਹੈ ਨਾ ਇਹਨਾਂ ਦਾ ਮਸਾਂ ਖਰਚਾ ਵੀ ਪੂਰਾ ਦਾ ਤੇ ਆਪਣਾ ਖਰਚਾ ਨਿਕਲਦਾ ਬੜੀ ਮੁਸ਼ਕਲ ਨਾਲ। ਯਾਨੀ ਕਿ ਬੜੀ ਮੁਸ਼ਕਲ ਨਾਲ ਹੁਣ ਖਰਚ ਜਿਹੜਾ ਵੀ ਉਹ ਜਾਨਵਰਾਂ ਦਾ ਵੀ ਔਰ ਆਪਣੀ ਵੀ ਜਿਹੜੀ ਅਰਨਿੰਗ ਹੈ ਬੜੀ। ਹਾਂ ਬਿਲਕੁਲ, ਅਸੀਂ 2 ਪਿਓ ਪੁੱਤਾਂ ਦਾ ਕਮ ਸਮਝ ਚੱਲ 20,000 ਵੀ ਲਾ ਤਨਖਾਹ ਲਈ ਅਸੀਂ, ਕਿ ਮੈਂ ਉੱਥੇ ਜੌਬ ਕਰ ਸਕਦਾ 20-25,000 ਲੈਂਦਾ ਹਾਂ। ਠੀਕ ਹੈ, ਉਸ ਹਿਸਾਬ ਨਾਲ ਚੱਲੀ 20-25,000 ਮੇਰਾ ਤੇ 20-25,000 ਹੋਰ 50,000 ਸਾਨੂੰ ਚਾਹੀਦਾ ਦੋਵਾਂ ਪਿਓ ਪੁੱਤਾਂ। ਜੀ ਬਿਲਕੁਲ। ਤੇ ਉਸ ਤੋਂ ਬਾਅਦ ਇਹਨਾਂ ਦਾ ਖਰਚਾ ਵੀ ਜੀ, ਇਹਨਾਂ ਦਾ 1.5-2 ਲੱਖ ਦੇ ਕਰੀਬ ਇਹਨਾਂ ਦਾ ਆ ਜਾਂਦਾ। ਠੀਕ ਹੋ ਗਿਆ ਖਰਚਾ। ਉਸ ਹਿਸਾਬ ਨਾਲ ਜੋ ਫਿਰ ਯਾਨੀ ਕਿ ਹੁਣ ਖਰਚੇ ਵੱਧੇ ਨੇ, ਪਹਿਲੇ ਨਹੀਂ ਸੀ? ਪਹਿਲਾਂ ਨਹੀਂ ਖਰਚੇ, ਪਹਿਲਾਂ ਠੀਕ ਸੀ ਕੰਮ, ਹੁਣ ਖਰਚਾ ਜੋ ਹੈ ਨਾ ਬਹੁਤ ਜ਼ਿਆਦਾ। ਠੀਕ ਹੋ ਗਿਆ, ਹੁਣ ਮੁਸ਼ਕਲ ਹਾਲਾਤ ਬਹੁਤ। ਤੇ ਹੁਣ ਇੱਕ ਮੱਝ ਕਿੰਨਾ ਕੁ ਦੁੱਧ ਦੇ ਤੇ ਫਿਰ ਖਰਚੇ ਜਿਹੜੇ ਨੇ ਉਹਨਾਂ ਨਾਲ ਅਸੀਂ ਮੀਟ ਕਰ ਸਕਦੇ ਹਾਂ, ਯਾਨੀ ਖਰਚੇ ਬਰਾਬਰ ਹੋ ਸਕਦੇ ਨੇ? ਉਹ ਇਸ ਤਰ੍ਹਾਂ ਕਿ ਜੇ ਤੇ ਤਾਜ਼ੀ ਮੱਝ ਹੋਏਗੀ ਨਾ ਤੇ 14-15 ਘੜੀ ਦੇਖ ਤੇ ਉਹਨੇ 7-8 ਮਹੀਨੇ ਦੇਣਾ। ਉਸ ਤੋਂ ਬਾਅਦ ਫਿਰ ਖੰਗੜੀ ਹੋ ਜਾਏਗੀ, ਫਿਰ 6-7 ਕਿਲੋ ਤੇ ਆ ਜਾਏਗੀ। ਤੇ ਫਿਰ ਉਹ ਐਡਜਸਟਮੈਂਟ ਕਰਦਿਆਂ ਉਹ ਪੂਰੀ ਰਕਮ ਹੀ ਪੂਰੀ ਕਰ ਸਕਦੇ ਹੋ। ਉਹ ਦੂਜੇ ਸੂਏ ਹਨ ਤੇ ਇਸੇ ਸੂਏ ਜਾ ਕਰ ਲੈ। ਯਾਨੀ ਕਿ ਇਹਦਾ ਮਤਲਬ ਹੈ ਕਿ ਸਾਰੇ ਨਾਲ ਰਲੇ ਮਿਲੇ ਜਾਨਵਰ ਹੋਣੇ ਚਾਹੀਦੇ ਨੇ, ਰਲੇ ਮਿਲੇ ਜਾਨਵਰ, ਕੁਝ ਬਹੁਤਾ ਦੇਣ ਵਾਲੇ ਵੀ ਘੱਟ ਨੇ ਤਾਂ ਕਿ ਕੰਮ ਚੱਲਦਾ ਰਹੇ। ਫਰਕ ਕੀ ਨੇ? ਤੇ ਪਹਿਲਾ ਮਸਲਾ ਤੇ ਤੁਹਾਨੂੰ ਇਹ ਆਇਆ ਕਿ ਪੱਠਾ ਵੀ ਹੁਣ ਮਹਿੰਗਾ ਹੈ ਔਰ ਵੰਡਾ ਵੀ ਮਹਿੰਗਾ ਹੋ ਗਿਆ। ਕੀ ਫਰਕ, ਕਿੰਨਾ ਫਰਕ ਪੈ ਗਿਆ ਵੰਡੇ 'ਚ? ਵੰਡੇ ਦਾ ਫਰਕ ਇਹ ਪੈ ਗਿਆ ਸਾਨੂੰ ਕਿ ਪਹਿਲੇ ਅਸੀਂ 10 ਮੱਝਾਂ ਹਨ ਜੀ, ਤੇ 35-40 ਹਜ਼ਾਰ ਰੁਪਏ ਦਾ ਵੰਡਾ ਸਾਡਾ ਮਹੀਨੇ ਦਾ ਹੁੰਦਾ ਸੀ। ਠੀਕ ਹੈ। ਤੇ ਹੁਣ ਇਸ ਵੇਲੇ 65-70 ਮਤਲਬ ਅੱਧੋ ਅੱਧ ਦਾ ਫਰਕ ਪੈ ਗਿਆ। ਠੀਕ ਹੈ, 65-70 ਦੇ ਆ ਗਿਆ ਸਾਡਾ ਵੰਡਾ ਹੁਣ, ਉਹ ਵੀ ਬਾਕੀ ਖਰਚੇ ਛੱਡ ਕੇ ਇਹਨਾਂ ਮੱਝਾਂ ਦੇ। ਠੀਕ ਹੋ ਗਿਆ। ਤੇ ਇਹ ਤੇ ਤੁਹਾਡਾ ਹੋ ਗਿਆ ਕਿ ਤੁਸੀਂ ਹੋਰ ਕੋਈ ਮਸਾਇਲ, ਕੋਈ ਬਿਮਾਰੀ ਦੇ ਹਵਾਲੇ ਨਾਲ? ਕੋਈ ਬਿਮਾਰੀ ਦੇ ਹਵਾਲੇ ਨਾਲ ਉਹ ਆਸਤਾ ਜਿਹੜਾ ਇਨਸਾਨ ਬਿਮਾਰੀ ਇਹਨਾਂ ਦੇ ਹੁੰਦੀ ਉਸ ਫਰਕ ਚੱਲਦਾ। ਤੇ ਫਿਰ ਬਿਮਾਰੀ ਅਗਰ ਲੱਗੇ ਕੋਈ ਛੋਟੀ ਮੋਟੀ ਤਾਂ ਕਿਹੜਾ ਇਲਾਜ ਕਰਦੇ ਹੋ? ਇਲਾਜ ਟੀਕੇ, ਫਿਰ ਡਾਕਟਰ ਕੋਲ ਚੱਲੇ, ਡਾਕਟਰ ਹੈ ਨਾ, ਫਿਰ ਡਾਕਟਰ ਸਾਨੂੰ ਦੱਸਦੇ ਯਾਰ ਟੀਕਾ ਲਾਓ, ਉਹ ਫਿਰ ਨਾਲ ਜਾਨੋਂ ਬੁਲਾ ਲਿਆ, ਉਹ ਆ ਕੇ ਟੀਕਾ ਲਾ ਦਿੰਦੇ ਨੇ। ਸਹੀ ਹੋ ਗਿਆ। ਅੱਛਾ, ਹੁਣ ਤੇ ਜਦੋਂ ਜੀ ਅਗਰ ਕਾਮਯਾਬੀ ਦੀ ਗੱਲ ਕੀਤੀ ਜਾਏ ਤੇ ਤੁਸੀਂ ਕੀ ਅਰਨ ਹਲੇ ਤੱਕ ਕੀਤਾ ਇਹਨਾਂ ਜਾਨਵਰਾਂ ਨੂੰ ਰੱਖ ਕੇ, ਇਹਨਾਂ ਨੂੰ ਪਾਲ ਕੇ? ਕੀ ਲੋਕਾਂ ਨੂੰ ਦੱਸਣਾ ਚਾਹੋਗੇ ਕਿ ਬਈ ਅਗਰ ਕੋਈ ਬੰਦਾ ਕੰਮ ਕਰਨਾ ਚਾਹੁੰਦਾ ਹੈ, ਕਿੰਨੇ ਘੰਟੇ ਕੰਮ ਕਰਦੇ ਰਹੇ ਤੁਸੀਂ ਔਰ ਇਹਨਾਂ ਦੀ ਕਿਸ ਤਰ੍ਹਾਂ ਖਿਦਮਤ ਕਰਦੇ ਰਹੇ ਔਰ ਕੀ ਤੁਸੀਂ ਹਾਸਲ ਕੀਤਾ? ਹਾਸਲ ਇਹ ਕੀਤਾ ਕਿ ਇੱਕ ਬੰਦਾ ਇਮਾਨਦਾਰੀ ਦੀ ਰੋਜ਼ੀ, ਬੇਈਮਾਨੀ ਨਾ ਚੱਲੇ ਤੇ ਫਿਰ ਤਾਂ ਅੱਲਾ ਦੀ ਰਹਿਮਤ ਹੈ। ਜੇ ਵਿੱਚ ਬੇਈਮਾਨੀ ਕਰੇ, ਪਾਣੀ ਵਿੱਚ ਪਾਏ, ਐਂ ਜੋ ਸਰਕਟ ਚੱਲਦੇ ਤੁਹਾਨੂੰ ਪਤਾ ਦੁਨੀਆਦਾਰੀ ਹੈ ਤੇ ਚਲਦੀ ਚੱਲ, ਇਸ ਤਰ੍ਹਾਂ ਚੱਲਦਾ, ਰਲ ਮਿਲ ਕੇ ਚੱਲਦਾ ਕੰਮ। ਜੇ ਬੰਦਾ ਆਖੇ ਬਿਲਕੁਲ ਇਮਾਨਦਾਰੀ ਦਾ ਇਮਾਨਦਾਰੀ ਨਹੀਂ ਚੱਲਦੀ, ਤੇ ਜੇ ਬੇਈਮਾਨੀ ਤੁਰਤ ਬੇਈਮਾਨੀ ਹੋ ਜੀ, ਉਹ ਗਰ ਕਰਦੀ। ਠੀਕ ਹੋ ਗਿਆ, ਚੱਲਣਾ ਦਰਮਿਆਨ ਜੀ। ਸਹੀ ਹੋ ਗਿਆ, ਜਾਨਾ ਕੰਮ ਤਾਂ ਚੱਲਦਾ ਰਹੇ ਕਮ ਸੇ ਕਮ, ਇਹਨਾਂ ਦੀ ਪਰਵਰਿਸ਼ ਹੁੰਦੀ ਰਹੀ, ਆਪਣੀ ਪੇਟ ਪੂਰਾ ਹੋ ਜਾਂਦਾ ਹੈ। ਠੀਕ ਹੈ, ਇਮਾਨਦਾਰੀ ਨਾਲ। ਠੀਕ ਹੋ ਗਿਆ, ਠੀਕ ਹੋ ਗਿਆ। ਔਰ ਕਿੰਨੇ ਘੰਟੇ ਤੁਸੀਂ ਕੰਮ ਕਰਦੇ ਦੋਏ ਬਾਪ ਬੇਟਾ? ਅਸੀਂ ਸਵੇਰੇ ਮੈਂ ਰੋਜ਼ਾਨਾ ਨਾ ਉੱਠਣਾ, ਨਮਾਜ਼ ਸਬਕ ਪੜ੍ਹਨਾ। ਠੀਕ ਹੈ, ਨਮਾਜ਼, ਇਹ ਵੀ ਨਮਾਜ਼ ਪੜ੍ਹ ਕੇ ਆਉਂਦਾ ਘਰੋਂ, ਉਹ ਆ ਕੇ ਫਿਰ ਲੱਗ ਪੈਣਾ 6 ਵਜੇ। ਦੂਸਰੇ ਬੱਚੇ ਮੇਰੇ ਹਨ, ਉਹ ਵੀ ਨਾਲ ਜਾਂਦੇ ਨੇ, ਉਹ ਵੀ ਨਾਲ ਹੱਥ ਪਾਉਂਦੇ ਨੇ, ਧਾਰੀਆਂ ਕੱਢੀਆਂ ਹੁੰਦੀਆਂ ਨੇ ਜੀ। ਉਸ ਤੋਂ ਬਾਅਦ ਫਿਰ ਸ਼ਾਮ 9-10 ਵਜੇ ਤੱਕ ਕਿਉਂ ਬੱਚੇ ਚਲੇ ਜਾਂਦੇ, 2 ਲੱਖ ਚਲੇ ਜਾਂਦਾ, ਮੈਂ ਇੱਥੇ ਫਿਰ 10 ਵਜੇ ਤੱਕ ਜਾਣਾ ਇਹਨਾਂ ਕੋਲ, ਡੰਗਰਾਂ ਕੋਲ, ਇਹਨਾਂ ਪਾਣੀ ਹੈਂਡਾ ਬੰਨ ਅੰਦਰ ਬਾਹਰ ਪੱਠੇ ਦੇ ਪਾ, ਯਾਨੀ ਉਹ ਮੇਨ ਕੰਮ ਤੇ ਮੁੱਕ ਜਾਂਦਾ, ਹੁਣ ਤੁਸੀਂ ਦੇਖਭਾਲ ਕਰਦੇ? ਦੇਖਭਾਲ ਫਿਰ ਕੰਮ ਤੇ 6-7 ਵਜੇ ਨਾਲ ਮੁੱਕ ਜਾਂਦਾ। ਉਸ ਤੋਂ ਬਾਅਦ ਫਿਰ ਬੰਨ ਕੇ ਥਾਂ ਤੇ ਬੰਨ ਕੇ ਨਾ ਫਿਰ ਆਰਾਮ ਕਰੀਦਾ, ਨਮਾਜ਼ ਪੜ੍ਹ ਕੇ ਇੱਥੇ ਚੱਲਦੇ। ਯਾਨੀ ਕਿ ਬਹੁਤ ਜ਼ਿਆਦਾ ਕੰਮ ਨਹੀਂ ਕਰਨਾ ਪੈਂਦਾ ਐਜ਼ ਕੰਪੇਅਰ ਟੂ ਆਰਮੀ ਔਰ ਜਿਹੜੀ ਤੁਸੀਂ ਜੌਬ ਕਰਦੇ ਰਹੇ? ਕਿਉਂ ਆਪਣੀ ਮਰਜ਼ੀ ਨਾਲ। ਠੀਕ ਹੈ, ਜਿੰਨਾ ਵੀ ਕਰਨਾ ਆਪਣੀ ਮਰਜ਼ੀ ਨਾਲ ਕਰਨਾ। 9 ਵਜੇ 10 ਵਜੇ ਉੱਠ ਗਿਆ ਤਾਂ ਆਪਣੀ ਮਰਜ਼ੀ ਨਾਲ ਉੱਠਣਾ, ਨਹੀਂ ਉੱਠਣਾ ਤਾਂ ਲੰਮੇ ਪੈਰ। ਪੱਠਿਆਂ ਦੇ ਬਾਰੇ ਵੀ ਦੱਸਿਓ ਕਿ ਤੁਹਾਡੇ ਆਪਣੇ ਨੇ ਜਾਂ ਮੁੱਲ ਦੇ ਨੇ? ਪੱਠੇ ਵਿੱਚ ਆਪਣੇ ਬੀਜੇ ਨੇ, ਮੁੱਲ ਵੀ ਲਏ ਨੇ। ਮੁੱਲ ਵੀ ਅਸਲ ਜਾਨ ਤੁਹਾਨੂੰ ਪਤਾ ਹਰ ਪੱਠਾ ਹੀ ਮਹਿੰਗਾ, 6-7 ਹਜ਼ਾਰ ਤੋਂ ਕਨਾਲ ਥੱਲੇ ਆਉਂਦੇ ਹੀ ਕੋਈ ਨਹੀਂ ਪੱਠਾ ਦਾ ਜਿਹੜੇ ਲਈਏ। ਤੂੜੀ ਉਹ ਵੀ ਤੂੜੀ ਬਹੁਤ ਹੀ ਦਾ ਚੱਲ 6-7 ਮਣ
600-700 ਦਾ ਮਣ। ਠੀਕ ਹੋ ਗਿਆ। ਤੇ ਜਿਹੜੇ ਨਵੇਂ ਲੋਕ ਨੇ ਉਹਨਾਂ ਨੂੰ ਅਗਰ ਉਹ ਕੰਮ ਇਹ ਕਰਨਾ ਚਾਹੁੰਦੇ ਨੇ ਜਾਂ ਜਿਹੜੇ ਆਲਰੇਡੀ ਕਰ ਰਹੇ ਨੇ ਤਾਂ ਕੀ ਉਹਨਾਂ ਨੂੰ ਸੁਜੈਸਟ ਕਰੋਗੇ, ਕੀ ਮਸ਼ਵਰਾ ਦੇਵੋਗੇ ਕਿ ਇਹਨੂੰ ਮਜ਼ੀਦ ਇਹਦੇ ਵਿੱਚ ਬਿਹਤਰੀ ਕਿਸ ਤਰ੍ਹਾਂ ਲਿਆਈ ਜਾ ਸਕਦੀ ਹੈ? ਇਹ ਵਿੱਚ ਬਿਹਤਰੀ ਇਹ ਲਿਆ ਸਕਦੀ ਹੈ ਕਿ ਜੇ ਤੇ ਕੁਝ ਮਹਿੰਗਾਈ ਥੱਲੇ ਆ ਜਾਏ ਤੇ ਫਿਰ ਤੇ ਬਿਹਤਰ ਹੈ। ਠੀਕ ਹੈ। ਤੇ ਨਹੀਂ ਤੇ ਇਹ ਸਰਕਟ ਚਲਾਉਣਾ ਬੜਾ ਮੁਸ਼ਕਲ ਹੋ ਗਿਆ। ਠੀਕ ਹੋ ਗਿਆ। ਫਿਰ ਜਾਨਵਰ ਵਧਾਉਣੇ ਪੈਣਗੇ। ਫਿਰ ਸਰਕਟ ਕਿਉਂਕਿ ਤੁਹਾਨੂੰ ਮੈਂ ਦੱਸਿਆ ਕਿ ਅੱਧੋ ਅੱਧਾ ਫਰਕ ਪੈ ਗਿਆ। ਪਹਿਲੇ 35-40 ਦਾ ਵੰਡਾ ਸੀ, ਉਹੀ ਵੰਡਾ ਸੀ, ਤੇ ਹੁਣ 70-80 ਦਾ ਟੁੱਟ ਗਿਆ। ਫਿਰ ਇਸ ਤਰ੍ਹਾਂ ਜਾਂ ਆਪਣੇ ਖਰਚੇ, ਠੀਕ ਹੋ ਹਰ ਗਿਆ, ਚੀਜ਼ ਦੇ ਖਰਚੇ ਸਹੀ ਹੋ ਗਿਆ। ਤੇ ਇਹ ਜਿਹੜਾ ਤੁਸੀਂ ਇਹ ਖੁਰਲੀ ਬਣਾਈ ਹੈ ਔਰ ਜਿਹੜਾ ਫਾਰਮ ਬਣਾਇਆ, ਤੇ ਇਹ ਤੁਸੀਂ ਜਾਨਵਰ ਜਦੋਂ ਖਰੀਦੇ ਉਦੋਂ ਬਣਾਇਆ ਜਾਂ ਜਾਨਵਰਾਂ ਤੋਂ ਹੀ ਪੈਸੇ ਕਮਾ ਕੇ ਬਣਾਇਆ? ਨਹੀਂ, ਇਹ ਪਹਿਲੇ ਬਣਾਇਆ ਸਰ। ਅੱਛਾ, ਪਹਿਲੇ ਆਪਣੇ ਜੋ ਪੈਸੇ ਹੁਣ ਉਹ ਜਾਣਾ ਤਾਂ ਲਾਏ ਨੇ। ਠੀਕ ਹੈ। ਤੇ ਇਹ ਕਿੰਨੀ ਜਗ੍ਹਾ 'ਚ ਹੈ? ਇਹ ਜਗ੍ਹਾ 5 ਮਰਲੇ। 5 ਮਰਲੇ ਵਿੱਚ ਤੁਸੀਂ ਮੈਨੇਜ ਕਰਦੇ ਪਏ ਤਕਰੀਬਨ ਛੋਟੇ ਵੱਡੇ 15 ਜਾਨਵਰ ਤੇ ਪੂਰੇ ਆਈ ਜਾਂਦੇ ਨੇ? ਨਹੀਂ, ਪੂਰੇ ਨਹੀਂ ਆਉਂਦੇ ਕਿਉਂਕਿ ਇਹ ਖੁੱਲੀਆਂ ਜਗ੍ਹਾ ਸਾਡੇ ਕੋਲ ਆਏ ਨੇ ਬਾਹਰ। ਅੱਛਾ। ਤੇ ਅਗਰ ਅੰਦਰ ਸਿਆਲ ਦੇ ਅੰਦਰ ਵੱਜ ਜਾਂਦੇ ਨੇ, ਗਰਮੀ ਸਾਨੂੰ ਬਾਹਰ ਥੱਲੇ ਕੱਚੇ। ਯਾਨੀ ਕਿ ਅਗਰ ਤੁਸੀਂ ਇਹਨਾਂ ਨੂੰ ਖੁੱਲੀ ਜਗ੍ਹਾ 'ਚ ਨਾ ਬਣੋ ਤਾਂ ਫਿਰ ਮੁਸ਼ਕਲ ਹੋ ਜਾਂਦਾ ਨਹੀਂ? ਮੁਸ਼ਕਲ ਕੰਮ। ਠੀਕ ਹੋ ਗਿਆ। ਤੇ ਇਹ ਖੁੱਲੀ ਜਗ੍ਹਾ ਜਿਹੜੀ ਹੈ ਕਿਸੇ ਦੀ ਜਾਂ ਵੀ ਆਪਣੀ ਹੈ? ਨਹੀਂ, ਇਹ ਨਾਲ ਸਾਡੇ ਆਪਣੇ ਗੁਆਂਢੀਆਂ ਦੀ ਹੈ। ਅੱਛਾ। ਤੇ ਉਂਝ ਵੈਸੇ ਪਲਾਟ ਹਾਲੇ ਪਏ ਨੇ? ਕੋਈ ਖਾਲੀ ਪਲਾਟ ਪਏ ਨੇ, ਕੋਸ਼ਿਸ਼ ਕਰਨਾ ਕਿ ਲੈਣ ਦੀ ਨਾਲ ਕੋ 5 ਮਰਲੇ ਹੋਰ ਲਾ ਲਈਏ, ਸਰਕਟ ਚੱਲਦਾ ਰਹੇ। ਠੀਕ ਹੋ ਗਿਆ। ਉਂਝ ਵੈਸੇ ਤੁਹਾਡਾ ਕੀ ਅੰਦਾਜ਼ਾ ਹੈ ਕਿ ਅਗਰ 10 ਤੋਂ 15 ਜਾਨਵਰ ਹੋਣ ਤੇ ਕਿੰਨੀ ਕੁ ਜਗ੍ਹਾ ਡੇਰੇ ਦੀ ਹੋਣੀ ਚਾਹੀਦੀ ਹੈ ਜਿਹਦੇ ਵਿੱਚ ਕੱਚੀ ਜਗ੍ਹਾ ਵੀ ਹੋਏ, ਪੱਕੀ ਵੀ ਹੋਏ ਤੇ ਬਰਾਮਦਾ ਵਗੈਰਾ ਵੀ ਬਣਿਆ ਹੋਏ ਅੰਦਰ ਬਣਨ ਵਾਸਤੇ? 10-12 ਡੰਗਰਾਂ ਵਾਸਤੇ ਜੋ ਹੈ ਨਾ ਕਮ ਸੇ ਕਮ 10-15 ਮਰਲੇ ਜੋ ਹੈ ਨਾ ਠੀਕ ਹੋਣਾ ਚਾਹੀਦਾ। ਇੰਨੀ ਜਗ੍ਹਾ ਹੋਣੀ ਚਾਹੀਦੀ ਹੈ। ਯਾਨੀ ਤੁਸੀਂ ਇੱਕ ਜਾਨਵਰ ਦੇ ਵਾਸਤੇ ਫੀ ਮਰਲਾ ਕਹਿ ਰਹੇ ਹੋ? ਬਿਲਕੁਲ, ਇੰਨੀ ਕੁ ਜਗ੍ਹਾ ਹੋਣੀ ਚਾਹੀਦੀ ਹੈ ਕਿਉਂਕਿ ਇੱਕ ਸਾਰੇ ਵਿਚਾਰਿਆਂ ਨੂੰ ਫਰਸ਼ ਤੇ ਬਣਾਂਗੇ, ਫਰਸ਼ ਤੇ ਤੰਗ ਕਰੇਗਾ, ਕੱਚੇ ਥਾਂ ਬਣਾਂਗੇ ਅਸਲ ਬਾਰਿਸ਼ ਵੀ ਸਮਾਈ ਪੱਕੇ ਥਾਂ ਲਾਈਦਾ। ਠੀਕ ਹੈ। ਤੇ ਇਹ ਜਿਹੜਾ ਬਰੀਡਰ ਹੈ ਇਹ ਤੁਸੀਂ ਕਦੋਂ ਦਾ ਰੱਖਿਆ? ਇਹ ਜਿਹੜਾ ਇਹ ਸਾਡਾ